ਦੋਸਤੋ, ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਦੇ ਅਜੋਕੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਦੀ ਅਖਬਾਰ ਪੜ੍ਹਨ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰਹੀ। ਤੁਹਾਡੇ ਲਈ ਅਖਬਾਰ ਪੜ੍ਹਨ ਦਾ ਕੰਮ ਅਸੀਂ ਆਰੰਭ ਕੀਤਾ ਹੈ। ਅਸੀਂ ਕੁਝ ਚੋਣਵੇਂ ਅਖਬਾਰ ਪੜ੍ਹ ਕੇ ਸੰਪਾਦਕੀਆਂ ਦਾ ਨਿਚੋੜ ਤੁਹਾਡੇ ਸਨਮੁਖ ਰੱਖਣ ਦਾ ਉਪਰਾਲਾ ਕਰ ਰਹੇ ਹਾਂ। ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਪਸੰਦ ਕਰੋਗੇ। ਇਸ ਹਫ਼ਤੇ ਦੀਆਂ ਸੰਪਾਦਕੀ ਬਹੁਤ ਦਿਲਚਸਪ ਅਤੇ ਇਸ ਦੇ ਨਾਲ ਬੜੀਆਂ ਨਿਆਰੀਆਂ ਤੇ ਨਿਵੇਕਲੀਆਂ ਹਨ। ਸੰਪਾਦਕੀ ਅਸਲ ਵਿੱਚ ਕਿਸੇ ਖਾਸ ਖਬਰ, ਘਟਨਾ ਤੇ ਮੁੱਦੇ ਦੀ ਪੁੰਛਾਣ ਹੁੰਦੀ ਹੈ ਤੇ ਇਹਨਾਂ ਖਬਰਾਂ, ਘਟਨਾਵਾਂ ਤੇ ਮੁੱਦਿਆਂ ਦੀ ਚੋਣ ਵੀ ਸੰਪਾਦਕ ਦੀ ਆਪਣੀ ਹੁੰਦੀ ਹੈ। ਅਜਿਹੇ ਬਥੇਰੇ ਅਹਿਮ ਮਸਲੇ ਹੁੰਦੇ ਹਨ ਜੋ ਸੰਪਾਦਕੀ ਨਜ਼ਰ ਹੇਠ ਨਹੀਂ ਆਉਂਦੇ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਪਾਦਕ ਉਹਨਾਂ ਮਸਲਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਉਹਨਾਂ ਨੂੰ ਗੌਰ ਦੇ ਵਿਚਾਰਦੇ ਨਹੀਂ। ਇਸ ਹਫ਼ਤੇ ਸਭ ਅਖਬਾਰਾਂ ਲਈ ਸਭ ਤੋਂ ਵੱਡਾ ਤੇ ਅਹਿਮ ਮਸਲਾ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਸਨ। ਚੋਣ ਸਰਵੇਖਣਾਂ ਵਿੱਚ ਇਹ ਭਵਿੱਖਬਾਣੀ ਕੀਤੀ ਗਈ ਕਿ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਤੋਂ ਸੱਤਾ ਖੁੱਸ ਰਹੀ ਹੈ ਤੇ ਇਸ ਦੀ ਥਾਂ ਤੇ ਕਾਂਗਰਸ ਦੀ ਸਰਕਾਰ ਬਣੇਗੀ। ਇਸੇ ਤਰ੍ਹਾਂ ਚੋਣ ਸਰਵੇਖਣਾਂ ਮੁਤਾਬਕ ਜੰਮੂ ਕਸ਼ਮੀਰ ਵਿੱਚ ਵੀ ਕਿਸੇ ਇੱਕ ਧਿਰ ਨੂੰ ਬਹੁਮਤ ਨਹੀਂ ਸੀ ਮਿਲ ਰਿਹਾ, ਪਰ ਜਦੋਂ ਨਤੀਜੇ ਆਏ ਤਾਂ ਸਭ ਕੁਝ ਉਲਟਾ ਪੁਲਟਾ ਹੋ ਗਿਆ। ਕਾਂਗਰਸ ਨੂੰ ਹਰਿਆਣਾ ਵਿੱਚ ਤਕੜਾ ਝਟਕਾ ਲੱਗਿਆ, ਜਿੱਥੇ ਭਾਰਤੀ ਜਨਤਾ ਪਾਰਟੀ ਲਗਾਤਾਰ ਤੀਜੀ ਵਾਰ ਜਿੱਤ ਗਈ ਤੇ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਂਗਰਸ ਤੇ ਕਾਂਗਰਸ ਗੱਠਜੋੜ ਨੇ ਬਾਜ਼ੀ ਮਾਰ ਲਈ। ਉਂਝ ਜੰਮੂ ਕਸ਼ਮੀਰ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਗਿਣਤੀਆਂ ਮਿਣਤੀਆਂ ਤੇ ਯੋਜਨਾਬੰਦੀਆਂ ਠੁੱਸ ਹੋ ਗਈਆਂ ਤੇ ਇਹ ਜੰਮੂ ਖੇਤਰ ਵਿੱਚੋਂ ਵੀ ਆਸ ਮੁਤਾਬਕ ਸੀਟਾਂ ਨਹੀਂ ਜਿੱਤ ਸਕੀ। ਇਸ ਬਾਰੇ ਵੱਖ-ਵੱਖ ਅਖਬਾਰਾਂ ਪੰਜਾਬੀ ਟ੍ਰਿਬਿਊਨ, ਅਜੀਤ, ਜਗਬਾਣੀ, ਨਵਾਂ ਜ਼ਮਾਨਾ ਦੀਆਂ ਸੰਪਾਦਕੀ ਟਿੱਪਣੀਆਂ ਤਕਰੀਬਨ ਇੱਕੋ ਜਿਹੀਆਂ ਹਨ ਕਿ ਕਾਂਗਰਸ ਦੀ ਪੋਟੋ ਧਾੜ ਇਸ ਨੂੰ ਲੈ ਡੁੱਬੀ। ਕਾਂਗਰਸ ਇੰਡੀਆ ਗੱਠਜੋੜ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਿਆ ਦਦ। ਪਰ ਇਸ ਸਾਰੀ ਚਰਚਾ ਦੌਰਾਨ ਦਿਲਚਸਪ ਪੁਆਇੰਟ ਇਹ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਇਸ ਬਾਰੇ ਇੱਕ ਹਫ਼ਤੇ ਵਿੱਚ ਸਭ ਤੋਂ ਵੱਧ ਯਾਨੀ 5 ਸੰਪਾਦਕੀਆਂ ਲਿਖੀਆਂ। ਸੰਪਾਦਕੀ ਦੇ ਸਿਰਲੇਖ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਅਖਬਾਰ ਅਸਲ ਵਿੱਚ ਕਹਿਣਾ ਕੀ ਚਾਹ ਰਿਹਾ ਹੈ। ਸਿਰਲੇਖਨ: ਹਵਾ ਦਾ ਰੁਖ ਕਾਂਗਰਸ ਵੱਲ, ਹਰਿਆਣਾ ਦੇ ਚੋਣ ਨਤੀਜੇ, ਨੈਸ਼ਨਲ ਕਾਂਗਰਸ ਦੀ ਵਾਪਸੀ, ਕਾਂਗਰਸ ਲਈ ਸਬਕ, ਜ਼ਿੰਮੇਵਾਰੀ ਕਿਸ ਦੀ। ਇਸ ਮਸਲੇ 'ਤੇ ਨਵਾਂ ਜ਼ਮਾਨਾ ਨੇ 4 ਸੰਪਾਦਕੀ ਲਿਖੀਆਂ। ਸ਼ਰਮ ਦਾ ਘਾਟਾ, ਇਲਾਕਾਈ ਪਾਰਟੀਆਂ ਦੀ ਥਿੜਕਣ, ਹਾਰ ਲੁਕਾਉਣ ਦੀ ਕੋਸ਼ਿਸ਼, ਕਾਂਗਰਸ ਨੂੰ ਟਿਕਟਾਂ ਦੀ ਗਲਤ ਵੰਡ ਨੇ ਹਰਾਇਆ। ਉਂਝ ਇਹਨਾਂ ਸੰਪਾਦਕੀਆਂ ਵਿੱਚ ਗੱਲ ਬਿਲਕੁਲ ਠੋਕ ਵਜਾ ਕੇ ਕੀਤੀ ਗਈ। ਅਜੀਤ ਦੀਆਂ 2 ਸੰਪਾਦਕੀ ਟਿੱਪਣੀਆਂ ਨਵੀਂ ਸ਼ੁਰੂਆਤ ਅਤੇ ਹਾਰ ਤੋਂ ਸਬਕ ਤੋਂ ਇਸ ਦੀ ਸਿਆਸੀ ਸੁਰ ਵੀ ਸੁਣਾਈ ਦਿੰਦੀ ਹੈ। ਜਗਬਾਣੀ ਨੇ ਭਾਵੇਂ ਇੱਕ ਹੀ ਸੰਪਾਦਕੀ ਟਿੱਪਣੀ ਕੀਤੀ, ਪਰ ਦੋਹਾਂ ਰਾਜਾਂ ਦੇ ਮੁੱਦਿਆਂ ਨੂੰ ਸਮੁੱਚਤਾ ਵਿੱਚ ਵਿਚਾਰਿਆ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ 10 ਸਾਲ ਪਹਿਲਾਂ 2014 ਵਿੱਚ ਚੋਣਾਂ ਹੋਈਆਂ ਸਨ ਅਤੇ ਇਸ ਸੰਪਾਦਕੀ ਵਿੱਚ ਤੁਲਨਾਤਮਕ ਕੋਣ ਤੋਂ ਟਿੱਪਣੀ ਕੀਤੀ ਹੈ। ਜੰਮੂ ਕਸ਼ਮੀਰ ਵਿੱਚ 2019 ਵਿੱਚ ਧਾਰਾ 370 ਖਤਮ ਕਰਨ ਦੇ ਫੈਸਲੇ ਕਰਕੇ ਵੀ ਇਹ ਚੋਣਾਂ ਭਾਜਪਾ ਲਈ ਵਕਾਰ ਦਾ ਸਵਾਲ ਸਨ। 2014 ਵਾਲੀਆਂ ਚੋਣਾਂ ਵਿੱਚ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ ਤੇ ਐਤਕੀ ਇਸ ਨੂੰ 29 ਸੀਟਾਂ 'ਤੇ ਸਬਰ ਕਰਨਾ ਪਿਆ। ਅਖਬਾਰ ਨੇ ਲਿਖਿਆ ਹੈ ਕਿ ਪਾਰਟੀ ਨੂੰ 35 ਸੀਟਾਂ ਦੀ ਆਸ ਸੀ ਤੇ ਨਾਮਜ਼ਦ ਤੇ ਬਾਕੀ ਕੁਝ ਕੁ ਆਜ਼ਾਦ ਜੇਤੂਆਂ ਨੂੰ ਨਾਲ ਲੈ ਕੇ ਇਸ ਦੀ ਸਰਕਾਰ ਬਣਾਉਣ ਦੀ ਰਣਨੀਤੀ ਸੀ, ਜੋ ਬਸ ਰਣਨੀਤੀ ਹੀ ਰਹਿ ਗਈ। ਜੰਮੂ ਕਸ਼ਮੀਰ ਵਿੱਚ ਨਵੇਂ ਸਿਰਿਓਂ ਕੀਤੀ ਹੱਦਬੰਦੀ ਵੀ ਇਸ ਦੇ ਕਿਸੇ ਕੰਮ ਨਹੀਂ ਆਈ। ਦੂਜੀ ਅਹਿਮ ਖਬਰ ਉੱਘੇ ਉਦਯੋਗਪਤੀ ਰਤਨ ਟਾਟਾ ਦੇ ਦੇਹਾਂਤ ਨਾਲ ਜੁੜੀ ਹੋਈ ਹੈ। ਪੰਜਾਬੀ ਟ੍ਰਿਬਿਊਨ, ਅਜੀਤ ਤੇ ਜਗਬਾਣੀ ਨੇ ਰਤਨ ਟਾਟਾ ਬਾਰੇ ਸੰਪਾਦਕੀ ਲਿਖੇ ਹਨ। ਇਹਨਾਂ ਵਿੱਚ ਰਤਨ ਟਾਟਾ ਦੀ ਲਗਨ ਤੇ ਮਿਹਨਤ ਦੇ ਨਾਲ ਨਾਲ ਉਸ ਦੇ ਮਾਨਵੀ ਪੱਖ ਨੂੰ ਖੂਬ ਉਗਾੜਿਆ ਗਿਆ ਹੈ। ਉਂਝ ਇਹਨਾਂ ਵਿੱਚੋਂ ਸਭ ਤੋਂ ਲੰਬਾ ਪਰ ਸਭ ਤੋਂ ਹੌਲਾ ਸੰਪਾਦਕੀ ਪੰਜਾਬੀ ਟ੍ਰਿਬਿਊਨ ਦਾ ਜਾਪਦਾ ਹੈ। ਅਸਲ ਵਿੱਚ ਇਸ ਵਿੱਚ ਤਾਂ ਸੰਪਾਦਕੀ ਮਰਿਆਦਾ ਦਾ ਵੀ ਖਿਆਲ ਨਹੀਂ ਰੱਖਿਆ ਗਿਆ। ਕਿਸੇ ਵੀ ਸੰਪਾਦਕੀ ਵਿੱਚ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੋਵੇ ਕਿ ਸੰਪਾਦਕੀ ਦਾ ਢਿੱਡ ਭਰਨ ਲਈ ਦੁੱਖ ਦੇ ਪ੍ਰਗਟਾਵਿਆਂ ਦੀ ਸੂਚੀ ਵੀ ਇਸ ਅੰਦਰ ਸ਼ਾਮਲ ਕਰ ਲਈ ਗਈ। ਪੰਜਾਬੀ ਟ੍ਰਿਬਿਊਨ ਪਿਛਲੇ ਕੁਝ ਸਮੇਂ ਤੋਂ ਦ ਟ੍ਰਿਬਿਊਨ ਵਾਲੇ ਸੰਪਾਦਕੀ ਹੀ ਅਨੁਵਾਦ ਕਰਕੇ ਛਾਪ ਰਿਹਾ। ਰਤਨ ਟਾਟਾ ਵਾਲਾ ਸੰਪਾਦਕੀ ਵੀ ਟ੍ਰਿਬਿਊਨ ਵਾਲਾ ਅਨੁਵਾਦ ਹੀ, ਪਰ ਅਖਬਾਰ ਨੇ ਰਤਨ ਟਾਟਾ ਨੂੰ ਸ਼ਾਇਦ ਉਚੇਚੀ ਸ਼ਰਧਾਂਜਲੀ ਦੇਣ ਲਈ ਅੰਗਰੇਜ਼ੀ ਟ੍ਰਿਬਿਊਨ ਨਾਲੋਂ ਵੱਡੀ ਸੰਪਾਦਕੀ ਲਿਖੀ ਹੈ ਤੇ ਉਸ ਦਿਨ ਵਾਲੀ ਦੂਜੀ ਸੰਪਾਦਕੀ ਰਤਨ ਟਾਟਾ ਤੋਂ ਵਾਰ ਦਿੱਤੀ ਗਈ। ਇਸ ਮਾਮਲੇ ਵਿੱਚ ਦਿਲਚਸਪ ਪੱਖ ਇਹ ਵੀ ਹੈ ਕਿ ਉਸ ਦਿਨ ਅੰਗਰੇਜ਼ੀ ਟ੍ਰਿਬਿਊਨ ਦਾ ਦੂਜਾ ਸੰਪਾਦਕੀ ਪੰਜਾਬ ਦੀਆਂ ਪੰਚਾਇਤੀ ਚੋਣਾਂ ਸੀ। ਇਹ ਪੁਆਇੰਟ ਵੀ
ਧਿਆਨ ਦੇਣ ਵਾਲਾ ਹੈ ਕਿ ਅੰਗਰੇਜ਼ੀ ਟ੍ਰਿਬਿਊਨ ਆਮ ਕਰਕੇ ਪੰਜਾਬ ਬਾਰੇ ਸੰਪਾਦਕੀ ਘੱਟ ਹੀ ਛਪਦਾ ਹੈ, ਪਰ ਉਸ ਦਿਨ ਦਾ ਪੰਜਾਬ ਨਾਲ ਸੰਬੰਧਿਤ ਸੰਪਾਦਕੀ ਪੰਜਾਬੀ ਟ੍ਰਿਬਿਊਨ ਨੇ ਉਸ ਰਤਨ ਟਾਟਾ ਦੇ ਲੇਖੇ ਲਾ ਦਿੱਤਾ ਜਿਸ ਦਾ ਪੰਜਾਬ ਦੀ ਅਰਥ ਵਿਵਸਥਾ ਵਿੱਚ ਕੋਈ ਖਾਸ ਯੋਗਦਾਨ ਨਹੀਂ। ਜਗਬਾਣੀ ਨੇ ਰਤਨ ਟਾਟਾ ਦੇ ਪੰਜਾਬ ਲਈ ਯੋਗਦਾਨ ਦਾ ਜ਼ਿਕਰ ਇਹ ਲਿਖ ਕੇ ਕੀਤਾ ਹੈ ਕਿ ਉਸਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਮਾਲ ਉਸਾਰਿਆ ਅਤੇ ਹੋਟਲ ਸਵਰਨ ਤਾਜ ਬਣਾਇਆ। ਫੇਸਬੁੱਕ 'ਤੇ ਚਰਚਾ ਵੀ ਚੱਲੀ ਕਿ ਉਸਨੇ 1984 ਵਾਲੇ ਸਿੱਖ ਕਤਲੇਆਮ ਵਿੱਚ ਜਿਨ੍ਹਾਂ ਸਿੱਖਾਂ ਦੇ ਟਰੱਕ ਸਾੜ ਦਿੱਤੇ ਗਏ ਸਨ ਉਹਨਾਂ ਨੂੰ ਨਵੇਂ ਟਰੱਕ ਮੁਫਤ ਦਿੱਤੇ। ਅਜੀਤ ਨੇ ਰਤਨ ਟਾਟਾ ਬਾਰੇ ਸੰਪਾਦਕੀ ਪਛੜ ਕੇ ਲਿਖਿਆ ਅਤੇ ਇਹ ਕੋਈ ਇਤਫਾਕ ਨਹੀਂ ਹੋਵੇਗਾ ਕਿ ਉਸ ਦਿਨ ਅਖਬਾਰ ਵਿੱਚ ਰਤਨ ਟਾਟਾ ਦਾ ਪੂਰੇ ਸਫ਼ੇ ਦਾ ਇਸ਼ਤਿਹਾਰ ਵੀ ਛਪਿਆ। ਅੰਗਰੇਜ਼ੀ ਟ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਇਹ ਇਸ਼ਤਿਹਾਰ ਸਗੋਂ ਪਹਿਲਾਂ ਛਪੇ ਅਤੇ ਨਾਲ ਹੀ ਸਾਬਕਾ IPS ਅਫਸਰ ਜੂਲੀਓ ਰਿਬੇਰੋ ਦਾ ਵੀ ਲੇਖ ਛਪਿਆ। ਵੈਸੇ ਤਾਂ ਇਸ ਦੁਨੀਆ ਤੋਂ ਤੁਰ ਗਏ ਬੰਦੇ ਬਾਰੇ ਚਰਚਾ ਅਕਸਰ ਹਾਂ ਪੱਖੀ ਹੀ ਕੀਤੀ ਜਾਂਦੀ ਹੈ, ਪਰ ਇਸ ਮਾਮਲੇ ਵਿੱਚ ਵੀ ਜਗਬਾਣੀ ਸਮੁੱਚਤਾ ਵਾਲੀ ਪਹੁੰਚ ਕਰਕੇ ਝੰਡੀ ਲੈ ਗਈ। ਸੰਪਾਦਕੀ ਵਿੱਚ ਟਾਟਾ ਸਮੂਹ ਦੀ 2008 ਵਾਲੀ 2G ਸਪੈਕਟਰਮ ਅਤੇ ਅਜਿਹੇ ਕੁਝ ਹੋਰ ਮਸਲਿਆਂ ਵਿੱਚ ਇਸ ਦੀ ਸ਼ਮੂਲੀਅਤ ਦੇ ਤੱਥ ਵੀ ਰਿਕਾਰਡ 'ਤੇ ਲਿਆਂਦੇ ਹਨ। ਕਹਿਣ ਦਾ ਭਾਵ ਹੈ ਕਿ ਇਸ ਸੰਪਾਦਕੀ ਵਿੱਚ ਰਤਨ ਟਾਟਾ ਦੀ ਆਲੋਚਨਾ ਵੀ ਕੀਤੀ ਗਈ ਹੈ। ਅਜੀਤ ਦਾ ਸੰਪਾਦਕੀ ਬਰਜਿੰਦਰ ਸਿੰਘ ਹਮਦਰਦ ਦੇ ਨਾਂ ਹੇਠ ਛਪਿਆ ਹੈ ਅਤੇ ਇਸ ਵਿੱਚ ਤਾਰੀਫਾਂ ਦੇ ਇੰਨੇ ਪੁੱਲ ਬੰਨੇ ਹਨ ਕਿ ਰਤਨ ਟਾਟਾ ਨੂੰ ਭਾਰਤ ਰਤਨ ਦਾ ਹੱਕਦਾਰ ਤੱਕ ਆਖਿਆ ਗਿਆ ਹੈ। ਇਹ ਗੱਲ ਭਾਵੇਂ ਵੱਖਰੀ ਹੈ ਕਿ ਰਤਨ ਟਾਟਾ ਬਾਰੇ ਅਜਿਹੀਆਂ ਗੱਲਾਂ ਅੱਜ ਦੇ ਅੰਬਾਨੀ ਅਡਾਨੀ ਕਾਰੋਬਾਰੀਆਂ ਦੀ ਸਿੱਧੀ ਲੁੱਟ ਨੂੰ ਸਾਹਮਣੇ ਰੱਖ ਕੇ ਕੀਤੀਆਂ ਗਈਆਂ ਹਨ। ਨਵਾਂ ਜ਼ਮਾਨਾ ਖਾਸ ਵਿਚਾਰਧਾਰਾ ਨੂੰ ਪਰਨਾਇਆ ਅਖਬਾਰ ਹੈ ਅਤੇ ਇਸ ਦੀਆਂ ਸੰਪਾਦਕੀਆਂ ਇਸੇ ਤੱਥ ਦੀ ਪੁਸ਼ਟੀ ਵੀ ਕਰਦੀਆਂ ਹਨ। ਸਬਜ਼ੀ ਉਤਪਾਦਕਾਂ ਦੀ ਦਾਸਤਾਂ ਵਿੱਚ ਵਿਚੋਲਿਆਂ ਦੁਆਰਾ ਕਾਸ਼ਤਕਾਰਾਂ ਦੀ ਲੁੱਟ ਦਾ ਜ਼ਿਕਰ ਹੈ। ਕਾਸ਼ਤਕਾਰਾਂ ਨੂੰ ਕੀਮਤ ਦਾ ਸਿਰਫ 1/3 ਹਿੱਸਾ ਮਿਲਣਾ ਚਿੰਤਾ ਦਾ ਵਿਸ਼ਾ ਹੈ। ਇਸ ਮਸਲੇ ਬਾਰੇ ਪੰਜਾਬੀ ਟ੍ਰਿਬਿਊਨ ਨੇ ਵੀ ਕਿਸਾਨਾਂ ਦਾ ਹਿੱਸਾ ਸਰਲੇਖ ਤਹਿਤ ਟਿੱਪਣੀ ਕੀਤੀ ਹੈ। ਅਖਬਾਰ ਨੇ ਇਸ ਨੂੰ ਅਸਾਧਾਰਨ ਵਰਤਾਰਾ ਆਖਿਆ। ਵਾਕਈ ਸ਼ਰੇਆਮ ਲੁੱਟੇ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਵੱਜਣਾ ਹੀ ਚਾਹੀਦਾ ਹੈ। ਬਿਨਾਂ ਵਜ੍ਹਾ ਕਿਸਾਨਾਂ ਦਾ ਨੁਕਸਾਨ ਕਿਉਂ ਹੋਵੇ। ਨਵਾਂ ਜ਼ਮਾਨਾ ਨੇ 2020 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਬਾਰੇ ਜ਼ਮਾਨਤ ਪਟੀਸ਼ਨਾਂ ਵਾਰ-ਵਾਰ ਟਾਲਣ ਸੰਬੰਧੀ ਟਲਦੀਆਂ ਜ਼ਮਾਨਤਾਂ ਸਰਲੇਖ ਤਹਿਤ ਪੈਰ ਗੱਡ ਕੇ ਲਿਖਿਆ ਹੈ। ਇਨ੍ਹਾਂ ਕੇਸਾਂ ਵਿੱਚ ਗ੍ਰਿਫਤਾਰੀਆਂ ਮਾਰਚ 2020 ਵਿੱਚ ਹੋਈਆਂ ਸਨ ਅਤੇ ਅਦਾਲਤ ਵਿੱਚ ਅਜੇ ਤੱਕ ਨਾ ਦੋਸ਼ ਆਇਦ ਹੋਏ ਹਨ ਅਤੇ ਨਾ ਹੀ ਸਬੰਧਤ ਲੋਕਾਂ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਜ਼ਮਾਨਤ ਨੂੰ ਨਿਯਮ ਅਤੇ ਜੇਲ੍ਹ ਨੂੰ ਅਪਵਾਦ ਕਿਹਾ ਸੀ, ਪਰ ਸਰਵਉੱਚ ਅਦਾਲਤ ਦੇ ਇੰਨੇ ਸਪਸ਼ਟ ਫੈਸਲੇ ਦੇ ਬਾਵਜੂਦ ਉਮਰ ਖਾਲਿਦ, ਸਰਜ਼ੀਲ ਇਮਾਮ ਵਰਗੇ ਨੌਜਵਾਨਾਂ ਨੂੰ ਜੇਲ੍ਹਾਂ ਅੰਦਰ ਸਾੜਿਆ ਜਾ ਰਿਹਾ ਹੈ। ਜ਼ਮਾਨਤਾਂ ਟਲਣ ਦੇ ਕਾਰਨ ਦਾ ਖੁਲਾਸਾ ਕਰਦਿਆਂ ਅਖਬਾਰ ਲਿਖਦਾ ਹੈ ਕਿ ਕਦੀ ਕੋਈ ਜੱਜ ਕੋਰਟ ਵਿੱਚ ਨਹੀਂ ਬੈਠਿਆ, ਕਦੀ ਕਿਸੇ ਜੱਜ ਦਾ ਤਬਾਦਲਾ ਹੋ ਗਿਆ, ਕਦੀ ਜੱਜ ਹੀ ਉਪਲਬਧ ਨਹੀਂ ਅਤੇ ਕਦੀ ਸਰਕਾਰੀ ਵਕੀਲ ਹੀ ਨਹੀਂ ਪਹੁੰਚਦਾ। ਇਹ ਉਹਨਾਂ ਥਾਵਾਂ ਦੀਆਂ ਭਿਆਨਕ ਹਾਲਤਾਂ ਹਨ ਜਿੱਥੋਂ ਲੋਕ ਨਿਆਂ ਦੀ ਆਸ ਰੱਖਦੇ ਹਨ। ਨਸ਼ਿਆਂ ਦੀ ਮਾਰ ਨੇ ਪੰਜਾਬ ਅਤੇ ਇਸ ਦਾ ਨੌਜਵਾਨ ਵਰਗ ਰੋਲ ਕੇ ਰੱਖ ਦਿੱਤੇ ਹਨ। ਇਸ ਹਫ਼ਤੇ ਇਸ ਮਾਮਲੇ ਬਾਰੇ ਜਗਬਾਣੀ ਦੀਆਂ ਟਿੱਪਣੀਆਂ ਆਈਆਂ ਹਨ। ਜਗਬਾਣੀ ਦੇ ਸੰਪਾਦਕੀ ਦਾ ਆਪਣਾ ਢੰਗ ਹੈ। ਇਸ ਨੇ 18 ਖਬਰਾਂ ਦੇ ਵੇਰਵੇ ਦੇ ਕੇ ਇਸ ਮੁੱਦੇ ਦੀ ਨਿਸ਼ਾਨਦੇਹੀ ਕੀਤੀ ਹੈ। ਅੰਤ ਵਿੱਚ ਅਖਬਾਰ ਦੀ ਰਾਏ ਹੈ ਕਿ ਨਸ਼ਾ ਸਮਗਲਿੰਗ ਵਿੱਚ ਸ਼ਾਮਲ ਲੋਕਾਂ ਖਿਲਾਫ ਹੱਤਿਆ ਵਰਗੀਆਂ ਸਖਤ ਧਾਰਾਵਾਂ ਤਹਿਤ ਕੇਸ ਦਰਜ ਹੋਣੇ ਚਾਹੀਦੇ ਹਨ। ਅਜੀਤ ਨੇ ਵਿਦੇਸ਼ਾਂ ਵਿੱਚ ਰੁਲਦੀ ਜਵਾਨੀ ਸਰਲੇਖ ਹੇਠ ਕੈਨੇਡਾ ਵਿੱਚ ਬੇਰੁਜ਼ਗਾਰੀ ਦਾ ਖੁਲਾਸਾ ਕਰਦਿਆਂ ਪੰਜਾਬੀ ਨੌਜਵਾਨਾਂ ਦੀਆਂ ਹਾਲਤਾਂ ਬਾਰੇ ਚਰਚਾ ਕੀਤੀ ਹੈ। ਇਸ ਦਾ ਆਧਾਰ ਕੈਨੇਡਾ ਵਿੱਚ ਵੇਟਰਾਂ ਦੀਆਂ 60 ਅਸਾਮੀਆਂ ਲਈ ਪੁੱਜੇ 3000 ਉਮੀਦਵਾਰ ਵਾਲੀ ਖਬਰ ਬਣੀ ਹੈ। ਇਸੇ ਤਰ੍ਹਾਂ ਅਜੀਤ ਦੀ ਇੱਕ ਹੋਰ ਸੰਪਾਦਕੀ ਸਕੂਲੀ ਸਿੱਖਿਆ ਦੀ ਤਰਸਯੋਗ ਹਾਲਤ ਵਿੱਚ ਜ਼ਿਕਰ ਹੈ ਕਿ 600 ਸਕੂਲਾਂ ਵਿੱਚ ਪ੍ਰਿੰਸੀਪਲ ਜਾਂ ਹੈੱਡ ਮਾਸਟਰ ਹੀ ਨਹੀਂ ਹਨ ਅਤੇ 23 ਜ਼ਿਲ੍ਹਿਆਂ ਵਿੱਚ ਬਹੁਤਿਆਂ ਵਿੱਚ ਸਕੂਲ ਆਫ ਐਮੀਨੈਂਸ ਵਿੱਚ ਹੀ ਵਿਦਿਆਰਥੀਆਂ ਲਈ ਪੂਰੀਆਂ ਸਹੂਲਤਾਂ ਨਹੀਂ ਹਨ। ਆਮ ਸਕੂਲਾਂ ਦਾ ਫਿਰ ਕੀ ਹਾਲ ਹੋਵੇਗਾ, ਕੁਝ ਵੀ ਕਹਿਣ ਦੱਸਣ ਦੀ ਲੋੜ ਨਹੀਂ ਹੈ। ਸਕੂਲ ਆਫ ਐਮੀਨੈਂਸ ਬਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੰਮੇ ਚੌੜੇ ਦਾਅਵੇ ਕੀਤੇ ਸਨ। ਜਗਬਾਣੀ ਨੇ ਜਬਰ ਜਨਾਹ ਦੇ ਕੇਸਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ ਸਵਾਲ ਪਾਇਆ ਕਿ ਕੀ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਦੇਣੀ ਵੀ ਚਾਹੁੰਦਾ ਹੈ। ਇਹ ਸਵਾਲ ਬਹੁਤ ਵੱਡਾ ਹੈ ਅਤੇ ਸਾਡੀ ਖੋਖਲੀ ਹੋ ਚੁੱਕੀ ਨਿਆਂ ਪ੍ਰਣਾਲੀ 'ਤੇ ਵਿਅੰਗ ਹੈ। ਸੰਪਾਦਕੀ ਕਹਿੰਦਾ ਹੈ ਕਿ ਜਬਰ ਜਨਾਹ ਦੀਆਂ ਘਟਨਾਵਾਂ ਤੋਂ ਬਾਅਦ ਪਹਿਲੀ ਗੱਲ ਤਾਂ ਕੇਸ ਹੀ ਦਰਜ ਨਹੀਂ ਹੁੰਦਾ। ਕੇਸ ਦਰਜ ਹੋ ਜਾਵੇ ਤਾਂ ਪੁਲਿਸ ਕਾਰਵਾਈ ਨਹੀਂ ਕਰਦੀ, ਪੁਲਿਸ ਕਾਰਵਾਈ ਕਰ ਵੀ ਦੇਵੇ ਤਾਂ ਅਦਾਲਤਾਂ ਵਿੱਚ ਬਹੁਤ ਸਮਾਂ ਬਰਬਾਦ ਹੁੰਦਾ ਹੈ। ਉੱਥੇ ਗਵਾਹ ਜਿਸ ਤਰ੍ਹਾਂ ਭੁਗਤਾਏ ਜਾਂਦੇ ਹਨ, ਨਿਆਂ ਇੱਕ ਤਰ੍ਹਾਂ ਨਾਲ
ਅਨਿਆਂ ਹੀ ਹੋ ਨਿਬੜਦਾ ਹੈ। ਇੱਕ ਹੋਰ ਸੰਪਾਦਕੀ ਵਿੱਚ ਜਗਬਾਣੀ ਨੇ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਤੇ ਇਹਨਾਂ ਲਈ ਘਟਦੀਆਂ ਮੈਡੀਕਲ ਸਹੂਲਤਾਂ ਬਾਰੇ ਟਿੱਪਣੀ ਕੀਤੀ ਹੈ। ਬਜ਼ੁਰਗ ਆਏ ਦਿਨ ਅਸੁਰੱਖਿਅਤ ਮਹਿਸੂਸ ਕਰ ਹੀ ਰਹੇ ਹਨ। ਉੱਪਰੋਂ ਸਿਹਤ ਸੰਭਾਲ ਦੇ ਪੱਖ ਤੋਂ ਇਹਨਾਂ ਉੱਤੇ ਸਮਝੋ ਪਹਾੜ ਹੀ ਟੁੱਟ ਰਿਹਾ ਹੈ। ਅਖਬਾਰ ਨੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨੂੰ ਹੜਪ ਰਹੇ ਚੰਦ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਬਾਰੇ ਨਿਤਾਰ ਕੇ ਸੰਪਾਦਕੀ ਲਿਖੀ ਹੈ। ਇਸੇ ਤਰ੍ਹਾਂ ਰੂਸ, ਯੂਕਰੇਨ, ਇਜ਼ਰਾਈਲ ਇਰਾਨ ਜੰਗਾਂ ਦਾ ਜ਼ਿਕਰ ਕਰਦਿਆਂ ਉੱਥੇ ਫਸੇ ਭਾਰਤੀਆਂ ਬਾਰੇ ਫਿਕਰ ਜ਼ਾਹਿਰ ਕੀਤਾ ਹੈ। ਪੰਜਾਬੀ ਟ੍ਰਿਬਿਊਨ ਵਿੱਚ ਇਸ ਹਫ਼ਤੇ ਪੰਜਾਬ ਬਾਰੇ 2 ਸੰਪਾਦਕੀ ਹਨ। ਪਹਿਲਾ ਬੁੱਢੇ ਦਰਿਆ ਬਾਰੇ ਹੈ, ਜੋ ਆਮ ਵਾਂਗ ਅੰਗਰੇਜ਼ੀ ਟ੍ਰਿਬਿਊਨ ਵਾਲਾ ਅਨੁਵਾਦ ਹੀ ਹੈ। ਲੁਧਿਆਣੇ ਦੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਨਿਸ਼ੰਗ ਇਸ ਦਰਿਆ ਵਿੱਚ ਪਾਇਆ ਜਾ ਰਿਹਾ ਹੈ। ਇਸ ਦਰਿਆ ਦਾ ਪਾਣੀ ਅਗਾਂਹ ਵੱਖ-ਵੱਖ ਫੀਡਰਾਂ ਰਾਹੀਂ ਮਾਲਵੇ ਤੇ ਰਾਜਸਥਾਨ ਦੇ ਲੋਕ ਪੀਂਦੇ ਨੇ। ਤੱਥ ਬੋਲਦੇ ਨੇ ਕਿ ਇਹਨਾਂ ਲੋਕਾਂ ਨੂੰ ਜਿਹੜੀਆਂ ਜਾਨਲੇਵਾ ਬਿਮਾਰੀਆਂ ਘੇਰ ਰਹੀਆਂ ਹਨ, ਉਸ ਦਾ ਇੱਕ ਕਾਰਨ ਇਹ ਪ੍ਰਦੂਸ਼ਣ ਪਾਣੀ ਵੀ ਹੈ। ਕੇਂਦਰ ਅਤੇ ਰਾਜ ਸਰਕਾਰ ਨੇ ਦਰਿਆ ਦੀ ਸਫਾਈ ਲਈ ਕਰੋੜਾਂ ਦੇ ਪ੍ਰੋਜੈਕਟ ਬਣਾਏ, ਪਰ ਇਸ ਮਸਲੇ ਦਾ ਹੱਲ ਅਜੇ ਵੀ ਦਿੱਲੀ ਦੂਰ ਵਾਲੀ ਗੱਲ ਹੀ ਹੈ। ਦੂਜਾ ਸੰਪਾਦਕੀ ਫਸਲੀ ਵਿਭਿੰਨਤਾ ਬਾਰੇ ਇੱਕ ਪ੍ਰੋਜੈਕਟ ਵਿੱਚ ਹੋਏ ਘਪਲੇ ਬਾਰੇ ਹੈ। ਇਹ ਅਸਲ ਵਿੱਚ ਪੰਜਾਬੀ ਟ੍ਰਿਬਿਊਨ ਦੀ ਇੱਕ ਆਪਣੀ ਹੀ ਖਬਰ ਬਾਰੇ ਟਿੱਪਣੀ ਹੈ। ਖਬਰ ਤੋਂ ਕੋਈ ਵੱਖਰੀ ਪਹੁੰਚ ਇਸ ਸੰਪਾਦਕੀ ਦਾ ਹਿੱਸਾ ਨਹੀਂ ਬਣ ਸਕੀ। 2 ਸੰਪਾਦਕੀ ਕੌਮਾਂਤਰੀ ਵਿਸ਼ਿਆਂ ਨਾਲ ਸੰਬੰਧਿਤ ਹਨ। ਇੱਕ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਦੇ ਪਾਕਿਸਤਾਨ ਦੌਰੇ ਬਾਰੇ ਹੈ, ਜੋ ਉਹਨਾਂ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਵਾਰਤਾ ਲਈ ਕਰਨਾ ਹੈ। ਹੁਣ ਜਿਸ ਵਿੱਚ ਉਠਾਇਆ ਮਸਲਾ ਬਹੁਤ ਅਹਿਮ ਹੈ। ਜੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰਕ ਤਾਲਮੇਲ ਬੈਠਦਾ ਹੈ ਤਾਂ ਦੋਹਾਂ ਦੇਸ਼ਾਂ ਦੀਆਂ ਆਰਥਿਕ ਹਾਲਤਾਂ ਨੂੰ ਫਰਕ ਪੈ ਸਕਦਾ ਹੈ। ਇਸ ਸੰਦਰਭ ਵਿੱਚ ਪੰਜਾਬ ਨੂੰ ਵੀ ਵੱਡਾ ਫਾਇਦਾ ਹੋਣਾ ਹੈ। ਉਂਝ ਵੀ ਜੇ ਭਾਰਤ ਚੀਨ ਨਾਲ ਅਨੇਕ ਰਫੜਾਂ ਦੇ ਬਾਵਜੂਦ ਵਪਾਰ ਵਿੱਚ ਕੋਈ ਕਟੌਤੀ ਨਹੀਂ ਕਰ ਰਿਹਾ, ਤਾਂ ਪਾਕਿਸਤਾਨ ਨਾਲ ਫਿਰ ਕੀ ਮਸਲਾ ਹੈ। ਦੂਜਾ ਸੰਪਾਦਕੀ ਮਾਲਦੀਵ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਨੂੰ ਸਮਰਪਿਤ ਹੈ। ਇਹ ਇਸ ਕਰਕੇ ਅਹਿਮ ਹੈ ਕਿਉਂਕਿ ਮਾਲਦੀਵ ਦੀ ਨਵੀਂ ਸਰਕਾਰ ਦਾ ਝੁਕਾਅ ਚੀਨ ਵੱਲ ਹੈ। ਹੁਣ ਇਸ ਨੂੰ ਭਾਰਤ ਦੀ ਅਹਿਮੀਅਤ ਦਾ ਇਲਮ ਹੋਇਆ ਹੈ ਅਤੇ ਰੁਖ ਵਿੱਚ ਕੁਝ ਨਰਮੀ ਆਈ ਹੈ। ਜ਼ਾਹਿਰ ਹੈ ਕਿ ਇਸ ਹਫ਼ਤੇ ਅਖਬਾਰਾਂ ਵਿੱਚ ਪੰਜਾਬ ਦੇ ਮਸਲੇ ਉਸ ਰੂਪ ਵਿੱਚ ਵਿਚਾਰੇ ਨਹੀਂ ਗਏ, ਜਿੰਨੇ ਵੱਡੇ ਸੰਕਟ ਨਾਲ ਪੰਜਾਬ ਅਤੇ ਇਸ ਦੇ ਲੋਕ ਦੋ ਚਾਰ ਹੋ ਰਹੇ ਹਨ। ਬਹੁਤ ਸਾਰੇ ਮਸਲੇ ਅਜਿਹੇ ਹਨ ਜਿਨ੍ਹਾਂ ਬਾਰੇ ਟਿੱਪਣੀ ਕਰਨ ਦੀ ਲੋੜ ਹੀ ਨਹੀਂ ਸਮਝੀ ਗਈ। ਇਹਨਾਂ ਵਿੱਚੋਂ ਇੱਕ ਮਸਲਾ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾਲ ਸੰਬੰਧਿਤ ਹੈ। ਇਸ ਮਸਲੇ ਨਾਲ ਸੰਬੰਧਿਤ ਤਿੰਨੇ ਮੁੱਖ ਧਿਰਾਂ, ਜਿਨ੍ਹਾਂ ਵਿੱਚ ਕਿਸਾਨ, ਆੜ੍ਹਤੀਏ ਤੇ ਸ਼ੈਲਰ ਮਾਲਕ ਸ਼ਾਮਲ ਹਨ, ਔਖੀਆਂ ਹਨ। ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਹੈ। ਆੜ੍ਹਤੀਆਂ ਦੀ ਹੜਤਾਲ ਵੀ ਕੁਝ ਦਿਨ ਪਹਿਲਾਂ ਹੀ ਖਤਮ ਕਰਵਾਈ ਹੈ। ਇਸ ਦੇ ਬਾਵਜੂਦ ਬਰਨਾਲਾ ਉੱਥੇ ਦਾ ਉੱਥੇ ਹੈ। ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਦਾ ਮਸਲਾ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵੱਡਾ ਮਸਲਾ ਬਣ ਗਿਆ ਹੈ। ਇਸ ਹਫ਼ਤੇ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਅਨੈਲੋ ਨਾਲੋਂ ਤੋੜ ਵਿਛੋੜਾ ਕਰ ਲਿਆ। ਇਸ ਮਸਲੇ 'ਤੇ ਕਿਸੇ ਅਖਬਾਰ ਨੇ ਸੰਪਾਦਕੀ ਟਿੱਪਣੀ ਤਾਂ ਕੀ ਕਰਨੀ ਸੀ, ਇਹ ਖਬਰ ਵੀ ਹਾਸ਼ੀਏ ਉੱਤੇ ਚਲੀ ਗਈ। ਇਹ ਅਸਲ ਵਿੱਚ ਵਕਤ ਦੀਆਂ ਗੱਲਾਂ ਹਨ। ਬਹੁਜਨ ਸਮਾਜ ਪਾਰਟੀ ਅੰਦਰ ਹੁਣ ਪਹਿਲਾਂ ਵਾਲਾ ਰੰਗ ਨਹੀਂ ਰਿਹਾ। ਅਗਲੇ ਹਫ਼ਤੇ ਫਿਰ ਮਿਲਾਂਗੇ ਨਵੀਆਂ ਸੰਪਾਦਕੀ ਟਿੱਪਣੀਆਂ ਨਾਲ। ਹੁਣ ਇਜਾਜ਼ਤ। ਧੰਨਵਾਦ ਦੋਸਤੋ, ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ, ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਧੰਨਵਾਦ।